ਹੈਲੋ ਸਟੂਡੈਂਟਸ, ਅਸੀਂ ਆਪਣਾ ਕੋਰਸ ਸ਼ੁਰੂ ਕੀਤਾ ਅਪਲਾਈਡ ਫਿਜ਼ਿਕਸ 1। ਲਾਸਟ ਸਮੈਸਟਰ ਅਸੀਂ ਆਨਲਾਈਨ ਕਲਾਸਿਸ ਲਗਾਈਆਂ ਸਨ। ਆਨਲਾਈਨ ਕਲਾਸਿਸ ਦੌਰਾਨ ਬੱਚਿਆਂ ਨੂੰ ਕਈ ਮੁਸ਼ਕਲਾਂ ਆਉਂਦੀਆਂ ਸਨ। ਕਈਆਂ ਦੇ ਇੰਟਰਨੈਟ ਕਨੈਕਸ਼ਨ ਦੀ ਮੁਸ਼ਕਲ ਸੀ, ਕਈਆਂ ਨੂੰ ਟਾਈਮ ਦੀ ਅਵੇਲੇਬਿਲਿਟੀ ਨਹੀਂ ਸੀ। ਸੋ ਬੱਚੇ ਉਹ ਲੈਕਚਰ ਅਟੈਂਡ ਨਹੀਂ ਕਰ ਪਾ ਰਹੇ ਸਨ। ਫਿਰ ਬੱਚਿਆਂ ਨੇ ਰਿਕੁਐਸਟ ਕੀਤਾ ਵੀ ਸਾਨੂੰ ਤੁਸੀਂ ਵੀਡੀਓ ਲੈਕਚਰਸ ਜਿਹੜੇ ਬਣਾ ਕੇ ਅਪਲੋਡ ਕਰੋ, ਤਾਂ ਕਿ ਜਦੋਂ ਵੀ ਟਾਈਮ ਅਵੇਲੇਬਲ ਹੋਏ ਉਹਨਾਂ ਨੂੰ ਜਾਂ ਇੰਟਰਨੈਟ ਕਨੈਕਸ਼ਨ ਅਵੇਲੇਬਲ ਹੋਏ ਤਾਂ ਉਸ ਵੀਡੀਓ ਲੈਕਚਰ ਦਾ ਫਾਇਦਾ ਲੈ ਸਕਦੇ ਨੇ। ਮੋਰ ਓਵਰ ਆਨਲਾਈਨ ਕਲਾਸ ਦੇ ਵਿੱਚ ਕਈ ਵਾਰ ਕਈ ਸਟੈਪਸ ਬੱਚਾ ਨਹੀਂ ਸਹੀ ਤਰ੍ਹਾਂ ਸਮਝ ਪਾਉਂਦਾ। ਜਦੋਂ ਵੀਡੀਓ ਲੈਕਚਰਸ ਬਣ ਜਾਂਦੇ ਨੇ, ਬੱਚਾ ਦੁਬਾਰਾ ਰਿਪੀਟ ਕਰਕੇ ਆਪਣੀ ਵੀਡੀਓ ਨੂੰ ਉੱਥੋਂ ਲੈਕਚਰ ਤੋਂ ਫਾਇਦਾ ਲੈ ਸਕਦਾ ਹੈਗਾ। ਸੋ ਇਸ ਮੋਟਿਵ ਨੂੰ ਮੁੱਖ ਰੱਖ ਕੇ ਆਪਾਂ ਅਪਲਾਈਡ ਫਿਜ਼ਿਕਸ 1 ਦਾ ਪੂਰਾ ਕੋਰਸ ਸਟੈਪ ਬਾਈ ਸਟੈਪ ਕਵਰ ਕਰਨ ਜਾ ਰਹੇ ਹਾਂ ਇਸ ਸੀਰੀਜ਼ ਦੇ ਵਿੱਚ। ਸੋ ਮੈਨੂੰ ਹੋਪ ਆ ਪੂਰੀ ਕਿ ਬੱਚੇ ਇਸ ਤੋਂ ਵੱਧ ਫਾਇਦਾ ਲੈਣਗੇ। ਤੁਸੀਂ ਆਪਣੇ ਫਰੈਂਡਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਾਰੇ ਬੱਚੇ ਇਸ ਵੀਡੀਓ ਤੋਂ ਅਪਲਾਈਡ ਫਿਜ਼ਿਕਸ 1 ਦਾ ਕੋਰਸ ਪ੍ਰੋਪਰਲੀ ਕਰ ਸਕਣ। ਮੈਂ ਦੇਖਿਆ ਸੀ ਵੀ ਡਿਪਲੋਮਾ ਕੋਰਸਿਸ ਵਾਸਤੇ ਜ਼ਿਆਦਾ ਮਟੀਰੀਅਲ ਅਵੇਲੇਬਲ ਨਹੀਂ ਇੰਟਰਨੈਟ 'ਤੇ ਹੈਗਾ। ਸੋ ਅਸੀਂ ਹੋਪ ਕਰਦੇ ਹਾਂ ਕਿ ਬੱਚੇ ਪੂਰੀ ਤੋਂ ਪੂਰੀ ਹੈਲਪ ਲੈਣਗੇ। ਹਾਂ, ਫਿਰ ਵੀ ਕੋਈ ਬੱਚਿਆਂ ਨੂੰ ਡਾਊਟ ਰਹਿ ਜਾਂਦਾ ਵਾ ਅਤੇ ਮੈਂ ਆਪਣਾ WhatsApp ਨੰਬਰ ਸ਼ੇਅਰ ਕੀਤਾ ਡਿਸਕ੍ਰਿਪਸ਼ਨ ਦੇ ਵਿੱਚ। ਉੱਥੇ ਮੈਨੂੰ ਆਪਣੀ ਪ੍ਰੋਬਲਮ ਸ਼ੇਅਰ ਕਰੋ ਅਤੇ ਮੈਂ ਤੁਹਾਨੂੰ ਉਹਦੇ ਸੋਲਿਊਸ਼ਨਸ ਦੇਵਾਂਗਾ। ਮੋਰ ਓਵਰ ਜਿਹੜੇ ਬੱਚੇ ਪਹਿਲੇ ਲੈਕਚਰਸ ਨਹੀਂ ਅਟੈਂਡ ਕਰ ਪਾਏ, ਮੈਂ ਆਪਣੇ ਪਿਛਲੇ ਲੈਕਚਰਸ ਦੀ ਡਿਸਕ੍ਰਿਪਸ਼ਨ ਵੀ ਵਿੱਚ ਐਡ ਕੀਤੀ ਹੋਈ ਹੈ। ਤੁਸੀਂ ਉਹਨੂੰ ਦੇਖ ਕੇ ਉੱਥੇ ਜਾ ਕੇ ਪਿਛਲੇ ਲੈਕਚਰ ਸੁਣ ਕੇ ਉਸ ਤੋਂ ਵੀ ਬੈਨੀਫਿਟ ਲੈ ਸਕਦੇ ਜੀ। ਹਾਂ ਸਟੂਡੈਂਟਸ, ਲਾਸਟ ਲੈਕਚਰ 'ਚ ਆਪਾਂ ਡਿਸਕਸ ਕੀਤਾ ਸੀ SI ਸਿਸਟਮ ਆਫ ਯੂਨਿਟਸ, ਜਿਸ 'ਚ ਆਪਾਂ ਦੇਖਿਆ ਸੀ ਸਾਡੇ ਕੋਲ 7 ਫੰਡਾਮੈਂਟਲ ਕੁਆਂਟੀਟੀਜ਼ ਨੇ, ਉਹਨਾਂ ਦੇ 7 ਯੂਨਿਟਸ ਸਨ, ਉਹਨਾਂ ਦੇ ਸਿੰਬਲ ਸਨ। ਫਿਰ 2 ਸਪਲੀਮੈਂਟਰੀ ਕੁਆਂਟੀਟੀਜ਼ ਆਪਾਂ ਦੇਖੀਆਂ ਸੀ, ਉਹਨਾਂ ਦੇ ਯੂਨਿਟਸ ਡਿਸਕਸ ਕੀਤੇ ਸਨ। ਉਸੇ ਹੀ ਡਿਸਕਸ਼ਨ ਨੂੰ ਆਪਾਂ ਅੱਗੇ ਕੰਟੀਨਿਊ ਕਰ ਰਹੇ ਹਾਂ। ਤਾਂ ਕੀ ਦੇਖ ਰਹੇ ਹਾਂ ਆਪਾਂ? ਲੈਕਚਰ ਨੰਬਰ 4 ਆਪਾਂ ਸਟਾਰਟ ਕੀਤਾ ਹੈ ਕਰੈਕਟਰਿਸਟਿਕਸ ਆਫ ਏ ਸਟੈਂਡਰਡ ਯੂਨਿਟ। ਕਰੈਕਟਰਿਸਟਿਕਸ ਮੀਨਸ ਉਹਦੇ ਕੀ ਵਿਸ਼ੇਸ਼ਤਾਵਾਂ ਨੇ, ਉਹਦੇ ਕੀ ਗੁਣ ਹੈਗੇ ਨੇ, ਕਿਹਦੇ ਇੱਕ ਸਟੈਂਡਰਡ ਯੂਨਿਟ 'ਚ ਹੋਣੇ ਚਾਹੀਦੇ ਨੇ। ਸੋ ਨੰਬਰ 1, ਇਟ ਸ਼ੁੱਡ ਬੀ ਵੈਲ ਡਿਫਾਈਨਡ। ਵੈਲ ਡਿਫਾਈਨਡ ਮੀਨਸ ਉਹਦੀ ਡੈਫੀਨੇਸ਼ਨ ਕਲੀਅਰ ਚਾਹੀਦੀ ਹੈਗੀ ਆ, ਤਾਂ ਕਿ ਕੋਈ ਵੀ ਉਹਦੀ ਡੈਫੀਨੇਸ਼ਨ ਤੋਂ ਕਲੀਅਰ ਹੋ ਗਏ ਵੀ ਯੂਨਿਟ ਦੀ ਵੈਲਿਊ ਕਿੰਨੀ ਹੈ। ਸੈਕੰਡ 1, ਇਟ ਸ਼ੁੱਡ ਬੀ ਆਫ ਸੂਟੇਬਲ ਸਾਈਜ਼, ਵੀ ਇੰਨੇ ਕੁ ਸਾਈਜ਼ ਦਾ ਹੋਏ ਵੀ ਉਹਨੂੰ ਕੈਰੀ ਕਰਨਾ, ਉਹਨੂੰ ਯੂਜ਼ ਕਰਨਾ ਸਾਡੇ ਵਾਸਤੇ ਆਸਾਨ ਹੋਏ। ਥਰਡ ਕੀ ਪ੍ਰੋਪਰਟੀ ਇਹਦੀ? ਇਟ ਸ਼ੁੱਡ ਬੀ ਈਜ਼ੀਲੀ ਰੀਪਰੋਡਿਊਸੇਬਲ। ਇੱਕ ਯੂਨਿਟ ਅਸੀਂ ਬਣਾ ਚੁੱਕੇ ਹਾਂ, ਦੂਸਰਾ ਯੂਨਿਟ ਉਹਦੇ ਵਰਗਾ ਹੋਰ ਸੈਂਪਲ ਤਿਆਰ ਕਰਨਾ ਵਾ, ਉਹ ਅਸੀਂ ਈਜ਼ੀਲੀ ਤਿਆਰ ਕਰ ਸਕੀਏ, ਈਜ਼ੀਲੀ ਰੀਪਰੋਡਿਊਸ ਕਰ ਸਕੀਏ, ਨਵਾਂ ਬਣਾ ਸਕੀਏ ਬਿਨਾਂ ਜ਼ਿਆਦਾ ਮੁਸ਼ਕਿਲ ਤੋਂ। ਨੈਕਸਟ ਹੈ ਇਟ ਸ਼ੁੱਡ ਬੀ ਈਜ਼ੀਲੀ ਐਕਸੈਸੀਬਲ, ਵੀ ਸਾਨੂੰ ਅਵੇਲੇਬਲ ਛੇਤੀ ਹੋ ਸਕਦਾ ਹੈ, ਇਹ ਨਾ ਬਹੁਤ ਕੋਸਟਲੀ ਹੋਏ ਕਿਤੇ ਜਾਂ ਬਹੁਤ ਦੂਰ ਹੋਏ ਜਿੱਥੋਂ ਜਾ ਕੇ ਲੈਣਾ ਪਏ। ਸੋ ਇਟ ਸ਼ੁੱਡ ਬੀ ਈਜ਼ੀਲੀ ਐਕਸੈਸੀਬਲ ਮੀਨਸ ਹਰ ਇੱਕ ਨੂੰ ਆਸਾਨੀ ਨਾਲ ਪ੍ਰਾਪਤ ਹੋ ਸਕਦਾ ਹੋਏ। ਇਟ ਸ਼ੁੱਡ ਬੀ ਇਨਡਿਸਟਰਕਟੀਬਲ, ਵੀ ਇਹ ਨਾ ਹੋਏ ਕਿਤੇ ਜਿਸ ਨੂੰ ਅਸੀਂ ਸਟੈਂਡਰਡ ਮੰਨਦੇ ਪਏ ਮੇਨ ਸਾਡਾ, ਜਿੱਥੋਂ ਅਸੀਂ ਦੇਖ ਕੇ ਬਾਕੀ ਕਾਪੀਸ ਤਿਆਰ ਕਰਦੇ ਪਏ ਹਾਂ, ਉਹ ਲੋਸ ਹੋ ਜੇ ਅਤੇ ਬਾਅਦ 'ਚ ਸਾਨੂੰ ਸਮਝ ਨਾ ਆਏ ਵੀ ਨਵਾਂ ਕਿਸ ਤੋਂ ਬਣਾਉਣਾ ਹੈਗਾ। ਅਤੇ ਇਸ ਤਰ੍ਹਾਂ ਦਾ ਸੋਚੀਏ ਆਪਾਂ ਜਿਹਦੀ ਕਦੀ ਡਿਸਟਰਕਸ਼ਨ ਨਾ ਹੋ ਸਕੇ। ਇਟ ਸ਼ੁੱਡ ਨਾਟ ਚੇਂਜ ਵਿਦ ਟਾਈਮ ਐਂਡ ਪਲੇਸ ਟੂ ਪਲੇਸ, ਇਸ ਤਰ੍ਹਾਂ ਨਾ ਹੋਏ ਕੋਈ ਸਮੇਂ ਪਾ ਕੇ ਉਹ ਯੂਨਿਟ ਦੀ ਵੈਲਿਊ ਚੇਂਜ ਹੁੰਦੀ ਹੋਏ, ਜੇ ਇੱਕ ਪਲੇਸ ਤੋਂ ਦੂਸਰੀ ਪਲੇਸ ਜਾਈਏ ਆਪਾਂ ਗ੍ਰੈਵਿਟੀ ਜਾਂ ਹੋਰ ਫੈਕਟਸ ਕਰਕੇ ਕਿ ਉਹਦੀ ਵੈਲਿਊ ਚੇਂਜ ਹੋ ਜੇ। ਮੋਰ ਓਵਰ ਇਟ ਸ਼ੁੱਡ ਨਾਟ ਚੇਂਜ ਵਿਦ ਚੇਂਜ ਇਨ ਫਿਜ਼ੀਕਲ ਕੰਡੀਸ਼ਨ ਸੱਚ ਐਜ਼ ਟੈਂਪਰੇਚਰ ਐਂਡ ਪ੍ਰੈਸ਼ਰ, ਵੀ ਇਸ ਤਰ੍ਹਾਂ ਦੀ ਫਿਜ਼ੀਕਲ ਕੰਡੀਸ਼ਨ ਚੇਂਜ ਕਰਨ ਨਾਲ ਉਹਦੇ 'ਚ ਕੋਈ ਚੇਂਜ ਨਾ ਹੋਏ। ਸੋ ਇਸ ਤਰ੍ਹਾਂ ਦੀਆਂ ਸਾਨੂੰ ਕੁਆਲਿਟੀਜ਼ ਚਾਹੀਦੀਆਂ ਐਕਸਚੇਂਜਸ ਆਫ SI ਸਿਸਟਮ ਆਫ ਯੂਨਿਟਸ। ਸੋ ਕੀ ਐਡਵਾਂਟੇਜਸ ਨੇ? ਇਟ ਇਜ਼ ਅ ਕੋਹਰੈਂਟ ਸਿਸਟਮ ਆਫ ਯੂਨਿਟਸ। ਕੋਹਰੈਂਟ ਸਿਸਟਮ ਮੀਨਸ ਅਗਰ ਰਿਲੇਸ਼ਨ ਰੱਖਣਾ ਡਰਾਈਵ ਯੂਨਿਟ ਦਾ ਬੇਸਿਕ ਯੂਨਿਟਸ ਦੇ ਨਾਲ, ਉਹਦੇ ਵਿੱਚ ਕੋਈ ਵੀ ਫੈਕਟਰ ਜਿਹੜਾ ਇਨਵੋਲਵ ਨਹੀਂ ਹੋਏਗਾ ਨਿਊਮੈਰੀਕਲ ਫੈਕਟਰ। ਸਿਮਿਲਰਲੀ ਨੈਕਸਟ ਇਟ ਇਜ਼ ਅ ਰੈਸ਼ਨਲ ਸਿਸਟਮ ਆਫ ਯੂਨਿਟ। ਸੈਕੰਡ 1, ਰੈਸ਼ਨਲ ਮੀਨਸ ਇੱਕ ਤਰ੍ਹਾਂ ਦੇ ਫਿਜ਼ੀਕਲ ਕੁਆਂਟਿਟੀ ਵਾਸਤੇ ਇੱਕ ਤਰ੍ਹਾਂ ਦਾ ਯੂਨਿਟ ਹੀ ਯੂਜ਼ ਹੋਏਗਾ। ਅਗਰ ਮੈਂ ਐਗਜ਼ਾਮਪਲ ਲਵਾਂ, MKS ਸਿਸਟਮ ਦੇ ਵਿੱਚ ਮੈਕੈਨੀਕਲ ਐਨਰਜੀ ਨੂੰ ਕਾਊਂਟ ਕਰਨਾ ਹੈ ਤਾਂ ਆਪਾਂ ਜੂਲ 'ਚ ਲੈਂਦੇ ਹਾਂ, ਹੀਟ ਐਨਰਜੀ ਨੂੰ ਕਰਨਾ ਹੈ ਤਾਂ ਕਲੋਰੀ ਦੇ ਵਿੱਚ, ਅਤੇ ਇਲੈਕਟ੍ਰਿਕ ਐਨਰਜੀ ਨੂੰ ਕਰਨਾ ਹੈ ਤਾਂ ਵਾਟ ਆਵਰਸ। ਬਟ ਇਨ SI ਸਿਸਟਮ ਉਹ ਕਹਿੰਦੇ ਨਹੀਂ, ਇੱਕ ਫਿਜ਼ੀਕਲ ਕੁਆਂਟਿਟੀ ਉਹਦੇ ਪਾਸ ਯੂਨਿਟ ਕਿਹੜਾ ਇੱਕੋ ਯੂਜ਼ ਕਰਨਾ ਐਂਡ ਦੈਟ ਇਜ਼ ਜੂਲ। ਸੋ ਸੱਚ ਏ ਸਿਸਟਮ ਇਜ਼ ਕਾਲਡ ਰੈਸ਼ਨਲ ਸਿਸਟਮ। ਇਟ ਇਜ਼ ਅ ਮੈਟ੍ਰਿਕ ਸਿਸਟਮ ਆਫ ਯੂਨਿਟਸ। ਮੈਟ੍ਰਿਕ ਸਿਸਟਮ ਮੀਨਸ ਅਗਰ ਮਲਟੀਪਲ ਜਾਂ ਸਬ ਮਲਟੀਪਲ ਬਣਾਉਣੇ, ਮਲਟੀਪਲ ਮੀਨਸ ਉਹ ਤੋਂ ਵੱਡਾ ਯੂਨਿਟ ਬਣਾਉਣਾ ਤਾਂ 10 ਨਾਲ ਮਲਟੀਪਲਾਈ ਕਰਕੇ ਅੱਪ ਜਾਵਾਂਗੇ। ਜੇ ਛੋਟੇ ਯੂਨਿਟਸ ਬਣਾਉਣੇ ਤਾਂ 10 ਨਾਲ ਡਿਵਾਈਡ ਕਰਾਂਗੇ। ਜਿਸ ਤਰ੍ਹਾਂ ਮੀਟਰ ਆ, ਉਹ ਤੋਂ ਛੋਟਾ ਡੈਸੀਮੀਟਰ, ਫਿਰ ਸੈਂਟੀਮੀਟਰ, ਫਿਰ ਮਿਲੀਮੀਟਰ, ਹੈ ਨਾ, 10 ਦਾ ਸਟੈਪ ਨੀਚੇ ਆ ਰਿਹਾ। ਇਟ ਇਜ਼ ਐਨ ਐਬਸੋਲਿਊਟ ਸਿਸਟਮ ਆਫ ਯੂਨਿਟਸ। ਸੋ ਐਬਸੋਲਿਊਟ ਸਿਸਟਮ ਕੀ ਆ? ਜਿਸ ਤਰ੍ਹਾਂ ਅਸੀਂ ਅਰਥ ਉੱਪਰ ਕੈਲਕੂਲੇਸ਼ਨਸ ਕਰ ਰਹੇ ਹਾਂ ਅਤੇ ਫੋਰਸ ਦੇ ਪਹਿਲਾਂ 2 ਤਰ੍ਹਾਂ ਯੂਨਿਟ ਬਣਦੇ ਸਨ, ਇੱਕ ਗ੍ਰੈਵੀਟੇਸ਼ਨ ਯੂਨਿਟ ਸਨ, ਇੱਕ ਐਬਸੋਲਿਊਟ।
ਐਬਸੋਲੂਟ ਵਿੱਚ ਆ ਰਿਹਾ ਸੀ ਨਿਊਟਨ ਤੇ ਦੂਜੇ ਪਾਸੇ ਗ੍ਰਾਮ ਫੋਰਸ ਕਿਲੋਗ੍ਰਾਮ ਫੋਰਸ ਸਾਡੇ ਕੋਲ ਆ ਰਹੀ ਆ, ਪਰ ਐਸੇ ਸਿਸਟਮ ਕਹਿੰਦਾ ਵਾ ਕਿ ਵੀ ਆਰ ਟੂ ਯੂਜ਼ ਓਨਲੀ ਨਿਊਟਨ ਐਜ਼ ਦਾ ਯੂਨਿਟ ਆਫ ਫੋਰਸ। ਸੋ ਬੇਸਿਕਲੀ ਕੀ ਆ, ਇਟ ਡਜ਼ ਨਾਟ ਇਨਵੋਲਵ ਐਨੀ ਗ੍ਰੈਵਿਟੇਸ਼ਨਲ ਫੈਕਟਰਸ ਹੇਅਰ। ਨੈਕਸਟ ਇਟ ਇਜ਼ ਕਲੋਜ਼ਲੀ ਰਿਲੇਟਡ ਟੂ CGS ਸਿਸਟਮ। ਕਿ CGS ਸਿਸਟਮ ਤੋਂ ਅਗਰ ਆਪਾਂ ਕਨਵਰਸ਼ਨਸ ਕਰਨੀਆਂ ਨੇ ਤਾਂ ਸਾਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਆਏਗੀ। ਨੈਕਸਟ ਦ ਯੂਨਿਟਸ ਆਰ ਇੰਟਰਨੈਸ਼ਨਲ ਐਕਸੈਪਟੇਬਲ। ਸੋ ਜਿਹੜੀ ਕੰਡੀਸ਼ਨ ਸੀ ਕਿ ਸਾਰੀ ਦੁਨੀਆ ਨੂੰ ਪਤਾ ਹੋਏ ਕਿ ਸਾਇੰਸ ਵਿੱਚ ਅਤੇ ਟ੍ਰੇਡ ਵਿੱਚ ਜਿਹੜੇ ਯੂਨਿਟਸ ਆਪਾਂ ਯੂਜ਼ ਕਰ ਰਹੇ ਹਾਂ ਉਹਨਾਂ ਦੀ ਲੈਂਗੁਏਜ ਸੇਮ ਆ, ਉਹਨਾਂ ਦੀ ਡੈਫੀਨੇਸ਼ਨ ਕੀ ਆ, ਸੇਮ ਆ, ਸੋ ਦੈਟ ਦੇयर ਸ਼ੁੱਡ ਬੀ no confusion। Next quality are the units are invariant। Invariant means that does not change with the time, place and physical conditions and easily reproducible। अगर किसी का खराब हो गया उन्हें चेंज करना वा आसानी नाल उस यूनिट को दोबारा बना सकता है। ਹੁਣ ਆਪਾਂ ਕਰੀਏ ਡੈਫੀਨੇਸ਼ਨਸ ਆਫ ਫੰਡਾਮੈਂਟਲ ਯੂਨਿਟਸ। ਜਿਹੜੇ ਆਪਾਂ ਐਸੇ ਯੂਨਿਟਸ ਬਣਾਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਡਿਫਾਈਨ ਕੀਤਾ ਗਿਆ, ਯਾਨੀ ਕਿ ਉਹਨੂੰ ਅਵੇਲੇਬਲ ਕਰਾਉਣੇ ਹੋਣ ਤੇ ਕਿੱਥੋਂ ਹੋ ਸਕਦੇ ਨੇ। ਸੋ ਉਹਨਾਂ ਨੇ ਡਿਫਾਈਨ ਕੀਤਾ ਮੀਟਰ। ਇਹਦਾ 1 ਮੀਟਰ ਇਜ਼ ਡਿਫਾਈਨਡ ਐਜ਼ ਦ ਲੈਂਥ ਆਫ ਦ ਪਾਥ traveled by light in vacuum during a time interval of 1.299792458 of a second। ਸੋ ਵੈਕਿਊਮ ਉਹ ਜਗ੍ਹਾ ਜਿੱਥੇ 에ਅਰ ਵੀ ਨਹੀਂ ਮੌਜੂਦ, ਸੋ ਉੱਥੇ ਲਾਈਟ ਸਭ ਤੋਂ ਵੱਧ ਸਪੀਡ 'ਤੇ ਚੱਲਦੀ ਹੈ। ਪਰ ਕਹਿੰਦਾ ਵੈਕਿਊਮ ਵਿੱਚ ਇੰਨੇ ਛੋਟੇ ਜਿਹੇ ਸਮੇਂ ਵਾਸਤੇ ਲਾਈਟ ਨੂੰ ਪਾਸ ਕੀਤਾ ਜਾਏ ਤੇ ਜਿੰਨਾ ਡਿਸਟੈਂਸ ਟਰੈਵਲ ਕਰੇਗੀ ਦੈਟ ਵੁੱਡ ਬੀ ਕਾਲਡ 1 ਮੀਟਰ। ਡੈਫੀਨੇਸ਼ਨ ਆਫ ਕਿਲੋਗ੍ਰਾਮ। ਤੇ ਕਿਲੋਗ੍ਰਾਮ ਕਿੰਨਾ ਹੈ, ਤਾਂ 1 ਕਿਲੋਗ੍ਰਾਮ ਇਜ਼ ਦਾ ਮਾਸ ਆਫ ਏ ਪਲਾਟੀਨਮ ਇਰੀਡੀਅਮ ਸਿਲੰਡਰ। ਖਾਸ ਤਰ੍ਹਾਂ ਦਾ ਅਲੋਏ ਆ, ਦੋਨੋਂ ਤੋਂ ਮਿਲਾ ਕੇ ਬਣਿਆ। ਕੈਪਟ ਇਨ ਇੰਟਰਨੈਸ਼ਨਲ ਬਿਊਰੋ ਆਫ ਵੇਟਸ ਐਂਡ ਮੇਜਰਸ ਐਟ ਸਰਵਸ ਨੀਅਰ ਪੈਰਿਸ ਇਨ ਫਰਾਂਸ। ਸੋ ਉਹ ਜਗ੍ਹਾ ਜਿੱਥੇ ਜਿੰਨੇ ਵੀ ਯੂਨਿਟਸ ਐਂਡ ਮੇਜਰਸ ਆ ਇੰਟਰਨੈਸ਼ਨਲੀ ਉਹਨਾਂ ਨੇ ਰੱਖੇ ਹੈਗੇ ਨੇ। ਇੱਥੋਂ ਕਾਪੀਜ਼ ਕਰਕੇ ਜਿਹੜੇ ਡਿਫਰੈਂਟ ਕੰਟਰੀਜ਼ ਆਪਣੇ ਆਪਣੇ ਦੇਸ਼ ਲੈ ਜਾਂਦੀਆਂ ਨੇ, ਉੱਥੋਂ ਸੈਂਟਰ ਤੋਂ ਹੋਰ ਕਾਪੀਜ਼ ਹੋ ਕੇ ਹਰ ਜਗ੍ਹਾ 'ਤੇ ਪਹੁੰਚ ਜਾਂਦੀਆਂ ਸਾਡੇ ਕੋਲ। ਸੋ ਪਹਿਲਾਂ ਇਸ ਜਗ੍ਹਾ 'ਤੇ ਸਾਰੇ ਇਸ ਤਰ੍ਹਾਂ ਦੇ ਸਿਲੰਡਰ ਜਾਂ ਰੋਡਸ ਪਈਆਂ ਹੁੰਦੀਆਂ ਸਨ। ਸੋ ਆਪਾਂ ਡੈਫੀਨੇਸ਼ਨ ਕੀਤੀ ਸੀ ਇਟ ਸ਼ੁੱਡ ਬੀ ਈਜ਼ਲੀ ਰੀਪਰੋਡਿਊਸੇਬਲ ਐਂਡ ਇਟ ਸ਼ੁੱਡ ਨਾਟ ਬੀ ਡਿਸਟਰਕਟੇਬਲ। ਸੋ ਮੰਨ ਲਓ ਕਿ ਕੋਈ ਲੜਾਈ ਲੱਗ ਜੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਆ ਚੁੱਕੇ ਕੈਲਮਿਟੀ ਵੀ ਆ ਇੱਥੋਂ ਚੁੱਕੀ ਜਾਏ ਜਾਂ ਡਿਸਟਰੋਏ ਹੋ ਜਾਏ, ਫਿਰ ਦੁਬਾਰਾ ਸਾਨੂੰ ਕਿਸ ਤਰ੍ਹਾਂ ਬਣਾਉਣਾ ਪਏਗਾ। ਸੋ ਜੋ ਟਾਈਮ ਪਾਸ ਹੋ ਰਿਹਾ ਵਾ ਸਾਇੰਟਿਸਟ ਜਾਂ ਬਿਊਰੋ ਇਸ ਤਰ੍ਹਾਂ ਮਿਲ ਕੇ ਕਰਦੇ ਪਏ ਡਿਜ਼ਾਈਨ, ਉਹੋ ਜਿਹੇ ਡੈਫੀਨੇਸ਼ਨ ਤਿਆਰ ਕਰਨੀਆਂ ਜਾਣ ਵੀ ਕਿਸੇ ਵੀ ਜਗ੍ਹਾ 'ਤੇ ਉਸ ਡੈਫੀਨੇਸ਼ਨ ਨੂੰ ਯੂਜ਼ ਕਰਕੇ ਆਪਾਂ ਯੂਨਿਟ ਦੁਬਾਰਾ ਯੂਜ਼ ਕਰ ਸਕੀਏ। ਸੈਕਿੰਡ 1 second is defined as to be equal to the duration of 919263170 vibrations corresponding to the transition between two hyperfine levels of cesium-133 atom in the ground state। so ਇਸ ਤਰ੍ਹਾਂ ਡੈਫੀਨੇਸ਼ਨ ਤੁਹਾਨੂੰ ਔਖੀ ਲੱਗਦੀ ਹੈ ਸਮਝਣ ਵਾਸਤੇ, ਬਟ ਸਾਇੰਟਿਸਟਾਂ ਨੂੰ ਇਹ ਲੱਗਦਾ ਵੀ ਇਹਨਾਂ ਅਵੇਲੇਬਿਲਿਟੀ ਆਫ ਦਿਸ ਯੂਨਿਟ ਇਜ਼ ਐਵਰੀਵੇਅਰ। ਹਰ ਜਗ੍ਹਾ 'ਤੇ ਆਪਾਂ ਨੂੰ ਪ੍ਰੋਡਿਊਸ ਕਰ ਸਕਦੇ ਹਾਂ। ਥੋੜ੍ਹਾ ਜਿਹਾ ਮੁਸ਼ਕਿਲ ਆ ਰਹੀ ਹੈ ਤਾਂ ਗਰਾਊਂਡ ਸਟੇਟ ਬਾਰੇ ਤੁਹਾਨੂੰ ਨਹੀਂ ਪਤਾ ਹੋਣਾ, ਟ੍ਰਾਂਜੀਸ਼ਨਸ ਬਾਰੇ ਨਹੀਂ ਪਤਾ ਹੋਣਾ। ਸੋ ਇਸ ਤਰ੍ਹਾਂ ਹਲਕੇ ਜਿਹੇ 2 ਲੈਵਲਸ ਨੇ, ਇਹਨਾਂ ਵਿੱਚ ਲਾਈਟ ਜਦੋਂ ਟ੍ਰਾਂਜਿਟ ਕਰਦੀ ਉੱਪਰੋਂ ਨੀਚੇ, ਉਹ ਡਿਊਰੇਸ਼ਨਸ ਜਿਹੜੇ ਆਪਾਂ ਇੰਨੀਆਂ ਵਾਈਬ੍ਰੇਸ਼ਨਸ ਹੋ ਜਾਣ ਜਦ ਉਹ ਸਮੇਂ ਜਿਹੜਾ ਟਾਈਮ ਲੱਗਦਾ ਦੈਟ ਇਜ਼ 1 second। Similarly, Kelvin, it is defined as 1.273.16 fraction of the thermodynamic temperature at the triple point of water। so triple point ਉਹ ਜਗ੍ਹਾ ਵਾ ਜਿੱਥੇ ਤਿੰਨੇ ਜਿਹੜੀ ਸਟੇਟਸ ਆ ਵਾਟਰ ਦੀ ਸੋਲਿਡ, ਲਿਕੁਇਡ, ਗੈਸ ਸਟੇਟ ਐਗਜ਼ਿਸਟ ਕਰਦੀਆਂ ਨੇ। ਉਹ ਟੈਂਪਰੇਚਰ ਜਿਹੜਾ ਉਹਦਾ ਐਨੀ ਫ੍ਰੈਕਸ਼ਨ ਆਪਾਂ ਲੈ ਲਈਏ ਦੈਟ ਇਜ਼ ਡਿਫਾਈਨਡ ਐਜ਼ 1 Kelvin। Ampere, it is defined as the current generating a force of 2 × 10⁻⁻7 Newton per meter between two straight parallel conductors of infinite length and negligible circular cross section when placed 1 meter apart। ਸੋ ਅਗਰ ਤੁਸੀਂ ਆਪਾਂ ਪੜ੍ਹਨੀ ਕਰੰਟ ਇਲੈਕਟ੍ਰੀਸਿਟੀ ਪੜ੍ਹਾਂਗੇ ਆਪਾਂ ਜਦੋਂ ਨੈਕਸਟ ਸਮੈਸਟਰ 'ਚ, ਕਿ 2 ਵਾਇਰਸ ਜਾ ਰਹੀਆਂ ਨੇ ਕੈਰਿੰਗ ਕਰੰਟ, ਦੇ ਵਿਲ ਐਗਜ਼ਰਟ ਫੋਰਸ ਔਨ ਈਚ ਅਦਰ। ਇੱਕੋ ਡਾਇਰੈਕਸ਼ਨ ਜਾਣਗੀਆਂ ਦੇ ਵਿਲ ਅਟਰੈਕਟ ਈਚ ਅਦਰ, ਆਪੋਜ਼ਿਟ ਡਾਇਰੈਕਸ਼ਨ ਜਾਣਗੀਆਂ ਦੇ ਵਿਲ ਰਿਪੈਲ ਈਚ ਅਦਰ। ਸੋ ਕੀ ਕਹਿ ਰਿਹਾ, ਇਨਫਾਈਨਾਈਟਲੀ ਲੌਂਗ, ਬਹੁਤ ਜ਼ਿਆਦਾ ਲੰਬੀਆਂ ਵਾਇਰਸ ਨੇ, ਬਹੁਤ ਜ਼ਿਆਦਾ ਥਿਨ ਵਾਇਰਸ ਨੇ। ਕਿੰਨਾ ਉਹਨਾਂ 'ਚ ਕਰੰਟ ਅਗਰ ਐਂਪੀਅਰ ਕਿਹਾ ਜਾਏਗਾ 1 ਐਂਪੀਅਰ, ਅਗਰ ਉਹ ਇੰਨੀ ਨਿਊਟਨ ਫੋਰਸ ਜਿਹੜੀ ਲਗਾਉਣ ਪਰ ਮੀਟਰ ਦੇ 1 ਮੀਟਰ ਉੱਪਰ ਜਦੋਂ 2 ਪੈਰਲਲ ਲਾਈਨਸ ਰੱਖੀਆਂ ਜਾਣ ਕਿੱਥੇ, ਇਨ ਵੈਕਿਊਮ। ਸੋ ਸਿਮਿਲਰਲੀ ਕੈਂਡਲਾ, it is the luminous intensity in the perpendicular direction of a surface of 1.65 lakh है ना square meter of a black body at temperature of freezing platinum under pressure of this much।
सो आ डेफिनेशनस ਜਿਹੜੀਆਂ ਨੈਚੁਰਲੀ ਤੁਹਾਨੂੰ ਸਮਝਣ ਵਿੱਚ ਮੁਸ਼ਕਿਲ ਆ ਕਿਉਂਕਿ ਜ਼ਿਆਦਾ ਟਰਮਸ ਤਾਂ ਅਸੀਂ ਨਹੀਂ ਪੜ੍ਹੀਆਂ ਹਲੇ ਜੋ ਤੁਸੀਂ ਪੜ੍ਹੋਗੇ ਆਪਣਾ ਫਸਟ ਸਮੈਸਟਰ ਸੈਕੰਡ ਸਮੈਸਟਰ ਐਂਡ ਸੋ ਔਨ ਤੁਹਾਡਾ ਨੌਲੇਜ 'ਚ ਹੋਰ ਬੈਟਰ ਹੋਏਗਾ ਬਟ ਫਿਲਹਾਲ ਇਹਨੂੰ ਦੱਸਿਆ ਜਾ ਰਿਹਾ ਇਸ ਤਰ੍ਹਾਂ ਡੈਫੀਨੇਸ਼ਨਸ ਬਣਾਈਆਂ ਗਈਆਂ ਨੇ ਸਾਡੇ ਕੋਲ ਸੋ ਬਲੈਕ ਬੋਡੀ ਦਾ ਮੀਨਿੰਗ ਇੱਥੇ ਆ ਜਾਏਗਾ ਦੈਟ ਬੋਡੀ ਜਿਹੜੀ ਸਾਰੀਆਂ ਰੇਡੀਏਸ਼ਨਸ ਨੂੰ ਐਮਿਟ ਕਰ ਸਕਦੀ ਹੈ ਸਾਰੀ ਰੇਡੀਏਸ਼ਨਸ ਨੂੰ ਅਬਜ਼ੌਰਬ ਕਰ ਸਕਦੀ ਆ ਸੋ ਉਹ ਜਿਹੜੀ ਬਲੈਕ ਬੋਡੀ ਆ ਪਰਪੈਂਡੀਕੂਲਰ ਡਿਸਟੈਂਸ ਜਦੋਂ ਇੰਨੀ ਕੁ ਲਾਈਟ ਸੁੱਟ ਰਹੀ ਹੈ ਜਿਸ ਆਪਾਂ ਦੇਖੀਏ ਬਲਬ ਦੇ ਆਪਾਂ ਲਾਗੇ ਜਾਈਏ तो साढ़े उपर लाइट इंटैंसिटी ज़्यादा क्लीयरली दिखा दूर दूर जावांगे तो इंटैंसिटी घटती है सो आ इतों डिफाइन करता पाया कितना सरफेस परपेंडिकुलर डायरैक्शन ऑफ ए सरफेस दिस मच 1/6 लैक है ना इन्ना छोटा जिहा डिस्टेंस जिहड़ा वा उस एरिया उपर जिहड़ियां रेडिएशनस आ रही ने दैट इंटैंसिटी इज कॉल्ड 1 कैंडला mole. A mole is the amount of substance which contains as many elementary units as there are carbon atoms in exactly 12 gram of C12. So carbon ਦੇ isotopes ਨੇ ਜਿਸ 'ਚ ਆਪਾਂ C12 ਲੈ ਲਈਏ ਫਿਰ ਉਹਦਾ ਕਿੰਨਾ ਮਾਸ ਲੈ ਲਈਏ 12 ਗ੍ਰਾਮ ਉਹਦੇ ਵਿੱਚ ਜਿੰਨੇ ਐਟਮਸ ਹੋਣਗੇ ਉਹ ਗਿਣਤੀ ਦੇ ਉਨੇ ਹੀ ਐਟਮਸ ਕਿਸੇ ਹੋਰ ਸਬਸਟੈਂਸ ਦੇ ਲੈ ਲਈਏ ਤਾਂ ਆਪਾਂ ਕਹਾਂਗੇ ਵੀ ਉਸ ਸਬਸਟੈਂਸ ਦਾ 1 ਮੋਲ ਸਾਡੇ ਕੋਲ ਆ ਗਿਆ ਹੁਣ ਆਪਾਂ ਕਰੀਏ ਸਪਲੀਮੈਂਟਰੀ ਯੂਨਿਟਸ ਡਿਫਾਈਨ ਦੋ ਸਨ ਸਾਡੇ ਕੋਲ ਰੇਡੀਅਨ ਤੇ ਸਟੇਡੀਅਨ तो रेडियन में क्या आ गया ए रेडियन इज द एंगल सबटेंडेड एट द सेंटर ऑफ ए सर्कल बाय एन आर्क ऑफ लेंथ इक्वल टू रेडियस ऑफ द सर्कल सो प्लेन एंगल किहड़ा एंगल हुंदा है जिहड़ा किसी प्लेन च बनदा टू डिमेंशनल स्ट्रक्चर च बनदा जिस तरह बोर्ड का सरफेस की आ जां लेंथ हो सकती है जां हाइट हो सकती है तो आ दो साडे को आ चुके ने तो कहंदे एक सर्कल आपां लगा लईए जिन्ना इहदा रेडियस आ अगर उन्नी ही कोई आर्क आ जाए साडे कोल तो उस आर्क सबटेंड करेगी एंगल थीटा इस जगह पे तो एंगल की कई डेफिनेशन होंगी है एंगल इज इक्वल टू आर्क अपॉन रेडियस हम अगर आर्क रेडियस की आए ना बराबर आए तो क्या आएगा 1 आंसर आ जाएगा सो जो 1 है दैट इज 1 रेडियन प्लेन एंगल साढ़े को आ जाता सो आ यूनिट्स रेडियन ने अच्छा आप गल कर रहे हैं एक तरफ साढ़े को डिग्री है एक तरफ है रेडियन आज तक एंगल अं पढ़िया गया डिग्री के ज़्यादातर बच्चों ने ना वैसे की देखा सी साढ़े को सर्कल है तो इस जगह तो एंगल इन्हों आप कहते 90 डिग्री एंगल बन चुका है ना इस जगह तो फिर फर्दर 90 तो टोटल एंगल कितना आता साढ़े को पूरा घूम के आई है इस जगह तो इट वुड बी 360 डिग्री असी करते कि इस जगह तो एक सर्कल लै लीदा सर्कल के सेंटर तो देखीदा यदि कितने डिवीजन कर देती हैं आप 360 के पार्ट्स कर दिए फिर आ पार्ट्स को मिला दिए कितने हिस्से करने पहला 360 हिस्से किए फिर निका पार्ट मिला दिए इट बिकम्स 1 डिग्री फिर लिखो ख्याल ये जो छोटा जिहा पार्ट आप लिया तो फिर 60 पार्ट कर दिए ए छोटे जे हिस्से दे फिर 60 पार्ट कर दिए दैट बिकम्स 1 मिनट इन्ना छोटा एंगल हाले भी गल खत्म नहीं हुई ए जो छोटा जिहा पार्ट आ इन्हूं फिर अगे लैके ते कितने हिस्से कर दिए 60 डिवीजन कर दिए दैट इज कॉल्ड 1 मिनट सो आप याद रखना डिग्री इस बारे भी टोटल जी डिग्री कितनी होंगी पूरे चक्कर च 360 डिग्री है ने 4 हिस्से कोई क्वाड्रेंट बना दे 90 90 90 4 टाइम्स आ जांदियां ने डिग्री दे फिर 60 हिस्से कर दिए आपां ते की साडे कोल बन जांदा ये मिनट आ जांदे मिनट दे फिर 60 हिस्से कर दिए तो क्या आंदे साडे कोल सैकंड तो इस तरह एक आपां को एंगल बारे चलदा पिया दूसरी तरफ साडे की आ लिया वा रेडियन यूनिट जिहड़ा SI ने डिफाइन किया ना ये इंटरनेशनल सिस्टम जिहड़ा साडे कोल चलदा पिया ये कह रहा साडे को पूरा जिहड़ा सर्कल आ ਉਹਦਾ कंप्लीट एंगल जिहड़ा वा दैट इज 2 पाई रेडियन मीनस अगर 4 हिस्से करने ने तो इधर कितना आ गया π/2 सो π/2 किहदे इक्वलेंट ने इट इज इक्वल टू 90 डिग्री पाई इक्वलेंट टू 180 डिग्री एंड 2 पाई इक्वलेंट टू 360 डिग्री सो इस तरह साडे को यूनिट्स से इनका रिलेशन आपस हैगा ये भी आप ख्याल रखना है।
स्टीरेडियन, ए स्टीरेडियन इज द सॉलिड एंगल सबटेंडेड एट द सेंटर ऑफ ए स्फीयर बाय एन एरिया ऑफ द स्फीयर सरफेस ऑफ द स्फीयर इक्वल टू दैट ऑफ ए स्क्वायर whose each side is equal to radius of the sphere। सो सॉलिड एंगल की ये एक तरह का साढ़े को 3 डायमेंशनल स्पेस एंगल हैगा। ਅਸੀਂ 3 ਡਾਇਮੈਂਸ਼ਨਲ ਬੋਡੀ ਬਣਾ ਨਹੀਂ ਸਕਦੇ ਬੋਰਡ ਦੇ ਉੱਪਰ, ਸਾਨੂੰ ਇਮੇਜਿਨ ਕਰਨਾ ਪੈਂਦਾ ਆਪਣੇ ਦਿਮਾਗ ਦੇ ਵਿੱਚ। ਸੋ ਇਹਨੂੰ ਇਸ ਜਗ੍ਹਾ ਤੇ ਸਰਕਲ ਨਹੀਂ ਇਮੇਜਿਨ ਕਰਨਾ, ਇਹਨੂੰ ਇੱਕ ਸਫੀਅਰ ਇੱਕ ਬਾਲ ਦੀ ਤਰ੍ਹਾਂ ਲੈਣਾ। ਇੱਕ ਬਾਲ ਸਾਡੇ ਕੋਲ ਹੈ ਨਾ, ਜਿੱਦਾਂ ਫੁੱਟਬਾਲ ਸਾਡੇ ਕੋਲ ਹੈਗਾ, ਉਹ 'ਤੇ ਸਾਡੇ ਕੋਲ ਬਲੌਕਸ 'ਚ ਬਣੇ ਹੁੰਦੇ ਨੇ। ਸੋ ਕੀ ਦੇਖਣਾ, ਕਿਸੇ ਇੱਕ ਬਲੌਕ ਤੋਂ ਆਪਾਂ ਉੱਥੋਂ ਲੈ ਕੇ ਸਾਰੀਆਂ ਲਾਈਨਸ ਅਗਰ ਬਣਾ ਦਈਏ ਇੱਕ ਸੈਂਟਰ ਤੱਕ, ਇੱਕ ਕੋਨ ਦੀ ਤਰ੍ਹਾਂ ਸਾਡੇ ਕੋਲ ਬਣ ਜਾਏਗਾ। ਕੋਨ ਖਾਧਾ ਆਪਾਂ ਨਾ, ਘਰੇ ਖਾਂਦੇ ਹਾਂ, ਆਈਸਕ੍ਰੀਮ ਪਰ ਆ ਗਏ, ਉੱਪਰੋਂ ਇਹਦਾ ਸੈਂਟਰ ਜ਼ਿਆਦਾ ਜੋ ਕੋਨੇ ਵੱਲ ਜਾ ਰਿਹਾ। ਸੋ ਉਹ ਐਂਗਲ ਬਣਦਾ, ਦੈਟ ਇਜ਼ ਕਹਿੰਦੇ ਸੋਲਿਡ ਐਂਗਲ ਜਾਂ 3 ਡਾਇਮੈਂਸ਼ਨਲ ਸਾਡੇ ਕੋਲ ਸਪੇਸ ਐਂਗਲ ਬਣ ਰਿਹਾ। ਸੋ ਇਸ ਜਗ੍ਹਾ 'ਤੇ ਆ ਸਰਕਲ ਹੈ, ਇਸ ਜਗ੍ਹਾ 'ਤੇ ਸਰਕਲ ਤੋਂ ਕੀ ਹੈ ਐਂਗਲ ਕੋਨ ਬਣ ਰਿਹਾ ਇਸ ਜਗ੍ਹਾ 'ਤੇ, ਇਹ ਦੈਟ ਇਜ਼ ਸੋਲਿਡ ਐਂਗਲ। ਤੋ ਸੋਲਿਡ ਐਂਗਲ ਕੀ ਇੱਦਾਂ ਸਾਡੇ ਕੋਲ ਜਿੰਨਾ ਵੀ ਏਰੀਆ ਸਫੀਅਰ ਦੇ ਸਰਫੇਸ 'ਤੇ ਹੀ ਕੱਟ ਲਿਆ, ਉਹਨੂੰ ਡਿਵਾਈਡ ਕਰ ਦਿਓ ਰੇਡੀਅਸ ਆਫ ਸਫੀਅਰ ਉਹਦੇ ਸਕੁਅਰ ਦੇ ਨਾਲ। ਠੀਕ ਹੈ ਜੀ, ਇਹ ਸੋਲਿਡ ਐਂਗਲ ਦੀ ਡੈਫੀਨੇਸ਼ਨ ਆ। ਇਹਦਾ ਯੂਨਿਟ ਕੀ ਆਏਗਾ, ਸਟੀਰੇਡੀਅਨ। तो स्टीरेडियन फिर कितना आएगा साढ़े कोल, कहता कि रेडी का सफीयर तो डेफिनेशन है ही आ। उन्ना के एरिया कट कर लीए जिन्ना कि एक स्केयर का, वो स्केयर किहड़ा लेना जिहदी एक साइड रेडियस के बराबर होए, यानी कि हो गया ਉਹਦਾ ਸਰਫੇਸ ਦਾ ਏਰੀਆ ਕਿੰਨਾ ਆਏਗਾ ਆਰ ਸਕੇਅਰ। ਉੱਪਰ ਵੀ ਆਰ ਸਕੇਅਰ ਆ ਗਿਆ, ਨੀਚੇ ਵੀ ਕੀ ਆ ਗਿਆ ਆਰ ਸਕੇਅਰ। ਸਾਡਾ ਆਨਸਰ ਕਿੰਨਾ ਆ ਜਾਏਗਾ 1। ਸੋ ਦੈਟ ਇਜ਼ 1 ਸਟੀਰੇਡੀਅਨ। ਸੋ ਆਹ ਡੈਫੀਨੇਸ਼ਨਸ ਅਸੀਂ ਕੀਤੀਆਂ ਫੰਡਾਮੈਂਟਲ ਯੂਨਿਟਸ ਦੀਆਂ ਤੇ ਸਪਲੀਮੈਂਟਰੀ ਯੂਨਿਟਸ ਦੀਆਂ। ਜ਼ਰੂਰੀ ਨਹੀਂ ਸਾਰੀਆਂ ਆਪਾਂ ਯਾਦ ਕਰ ਪਾਈਏ, ਸਾਰੇ ਯਾਦ ਕਰਨ ਦੀ ਜ਼ਰੂਰਤ ਵੀ ਨਹੀਂ ਹੈਗੀ। ਇਹ ਸਿਰਫ ਇੱਕ ਇੰਟਰੋਡਕਸ਼ਨ ਸੀ। ਇਸ ਤਰ੍ਹਾਂ ਸਾਇੰਟਿਸਟ ਜਿਹੜੇ ਨੇ ਥਰੂ ਆਊਟ ਦਾ ਵਰਲਡ ਡੈਫੀਨੇਸ਼ਨਸ ਬਣਾ ਰਹੇ ਨੇ ਵਿਚ ਆਰ ਕਾਮਨ ਐਂਡ ਸਟੈਂਡਰਡ ਫॉर ਈਚ ਵਨ ਆਫ ਅਸ। ਮਲਟੀਪਲ ਤੇ ਸਬ ਮਲਟੀਪਲਸ ਦੀ ਗੱਲ ਕਰ ਰਹੀ ਹੈ। ਮਲਟੀਪਲਸ ਜਿਹੜੇ ਨੇ ਇਹ ਵੈਲਿਊ ਨੂੰ ਜ਼ਿਆਦਾ ਵੱਡਾ ਲਿਖਣ ਵਾਸਤੇ 10 ਗੁਣਾ 100 ਗੁਣਾ ਲਿਖਣਾ ਹੈ, ਤੇ ਮਲਟੀਪਲਸ ਨੀ ਛੋਟੀ ਵੈਲਿਊਸ ਲਿਖਣੀ ਹੋਏ ਤੇ ਆਪਾਂ ਸਬ ਮਲਟੀਪਲ ਯੂਜ਼ ਕਰਦੇ ਹਾਂ। ਸੋ ਆ ਟੇਬਲ ਨੂੰ ਦੇਖ ਲਓ ਤੇ ਸਿੰਬਲ ਆਪਣਾ ਯਾਦ ਕਰ ਲੈਣੇ ਆ। ਜਦੋਂ ਵੀ ਸਾਹਮਣੇ ਸਿੰਬਲ ਲੱਗਾ ਹੈ ਤਾਂ ਆਪਾਂ ਸਮਝ ਜਾਣਾ। ਸਪੋਜ਼ ਅਗਰ ਮੈਂ ਲਿਖਦਾ कि सेंटीमीटर, सेंटीमीटर देखिए इत्थे सी सिंबल है, tan इसमें -2 मीनस आप अगर कह दी 2 सेंटीमीटर, इट मीनस 2 -2 मीटर। सो प्रीफिक्स सी इट डिनोट्स tan इसमें -2। सिमिलरली सारे प्रीफिक्स आ जाएंगे तो दसणगे 10 की कितनी वैल्यू हैगी आ। सिमिलर अगर मैं लिखता किलोमीटर 6 किलोमीटर, इसका मीनिंग की आ 6 × 10⁻³ मीटर। तो किलो स्टैंड्स फॉर, के स्टैंड्स फॉर 10⁻³ तो सारे सिंबल आप देख लिए। डैसी स्मॉल डी ना नोटिफाई करना 10⁻⁻1, सेंटी सी 10⁻⁻2, मिली स्मॉल एम 10⁻⁻3, माइक्रो म्यू आ सिंबल का नाम याद रखना म्यू, एम यू म्यू सिंबल है, ये जू नहीं हैगा। 10⁻⁻6 नैनो स्मॉल एन वैल्यू 10⁻⁹, पीको सिंबल स्मॉल पी 10⁻12, फेमटो स्मॉल एफ 10⁻15, एटो स्मॉल ए 10⁻18। ये छोटिया छोटिया वैल्यूस आप दस रहे हैं। वैल्यूस ਨੂੰ 10 ਨਾਲ ਮਲਟੀਪਲਾਈ ਕਰਨਾ तो उन्होंने मल्टीपल टेबल च आए प्रीफिक्स किया डेका DA 10⁻1 10⁻1 मीनस 10 की गल हो रही, 10 टाइम्स हो गया। हेक्टो मीनस 100 टाइम्स स्मॉल h, किलो मीनस 1000 टाइम्स 10⁻3, मेगा इधर मेगा इधर क्या है मिली, तो ये स्मॉल है मीनस 10⁻3, कैपिटल है मीनस मेगा 10⁻6, गीगा कैपिटल G 10⁻9, टेरा कैपिटल T 10⁻12, पीटा कैपिटल P 10⁻15, एक्सा E 10⁻18। सो आह सिंबल ने असी इस तरह यूज़ करने इनू अच्छी तरह से याद कर प्लीज़। हम आप रूल्स देख लिए, रूल्स एंड कन्वेंशनस फॉर द यूज एंड स्पेसिंग ऑफ सिंबल्स इन SI यूनिट्स। जो SI यूनिट्स आप यूज़ करने उन्होंने नाम दिते जाते हैं, उन्होंने सानू कन्फ्यूजन ना होए।
ਉਹਦੇ ਬਾਰੇ ਕੁਝ ਕਨਵੈਂਸ਼ਨਸ ਅਸੀਂ ਬਣਾਈਆਂ ਹੈਗੀਆਂ। ਉਹ ਕੀ ਨੇ? ਨੰਬਰ 1, ਫੁੱਲ ਨੇਮਸ ਆਫ ਯੂਨਿਟਸ ਵਿਚ ਆਰ ਨੇਮਡ ਆਫਟਰ ਏ ਪਰਸਨ ਆਰ ਨਾਟ ਰਿਟਨ ਵਿਦ ਏ ਕੈਪੀਟਲ ਇਨੀਸ਼ੀਅਲ ਲੈਟਰ। ਵੀ ਕਈ ਸਾਇੰਟਿਸਟਾਂ ਨੂੰ ਆਪਾਂ ਆਨਰ ਕਰਨ ਵਾਸਤੇ ਉਹਨਾਂ ਦੇ ਨਾਮ ਦੇ ਯੂਨਿਟ ਬਣਾ ਦਿੱਤੇ ਨੇ। ਸੋ ਉੱਥੇ ਸਾਨੂੰ ਕਨਫਿਊਜ਼ਨ ਨਾ ਰਹੇ ਵੀ ਸਾਇੰਟਿਸਟ ਦਾ ਨਾਮ ਹੈ ਕਿ ਯੂਨਿਟ ਦਾ ਨਾਮ ਹੈ। ਸੋ ਅਗਰ ਯੂਨਿਟ ਪੂਰਾ ਲਿਖਣਾ ਨਾਮ तो फिर सानू लिखना कैल्विन। अगर के स्मॉल लिखांगे इट मीनस वी आर टॉकिंग अबाउट यूनिट। वेयर एज इफ वी राइट कैपिटल के कैल्विन इट मीनस वी आर टॉकिंग अबाउट साइंटिस्ट। सिमिलरली न्यूटन, न्यूटन साइंटिस्ट। तो अगर यूनिट का नाम लिखना कंप्लीट तो न्यूटन स्मॉल एन तो शुरू होएगा। अगर कैपिटल एन लिखा इट मीनस वी आर टॉकिंग अबाउट द साइंटिस्ट। तो देयर आर सो मैनी साइंटिस्ट, जूल, एम्पियर। सेम सैकंड रूल ये नाल ही हैगा, द सिंबल फॉर ए यूनिट नेम्ड आफ्टर ए परसन इज रिटन बाय कैपिटल इनीशियल लैटर। और जिन्ना साइंटिस्ट के नाम से असीं यूनिट रखे ने उन्होंने शॉर्ट फॉर्म लिखने वास्ते असीं उन्होंने नाम का मोस्टली फस्ट लैटर आप लै रहे हैं कैपिटल च। सो अगर कैपिटल एन लिखा इट मीनस वी आर टॉकिंग अबाउट द यूनिट ऑफ फोर्स न्यूटन। सिमिलरली कैपिटल के का मीनिंग की आ, वी आर यूजिंग सिंबल फॉर कैल्विन। तो कैल्विन यूनिट की गल कर रहे हैं तो वी आर टेकिंग एज कैपिटल के। कैपिटल जे फॉर जूल। सिमिलरली कैपिटल ए फॉर एम्पियर एंड सो ऑन। थर्ड, सिंबल्स फॉर यूनिट्स विच आर नॉट नेम्ड आफ्टर ए पर्सन आर रिटन विद स्मॉल इनिशियल लैटर्स। तो अगर मीटर लिखना अपना तो वह सिंबल स्मॉल एम आप लगाता। सिमिलरली किलोग्राम लिखना तो स्मॉल के जी ना मैंशन करते हैं, सैकंड स्मॉल एस ना मैंशन करते हैं एंड सो ऑन। नैक्सट रूल है, सिंबल्स फॉर यूनिट्स डू नॉट टेक प्लूरल फॉर्म विद एडेड एस। जिस तरह लिखते हैं बॉय तो बॉयज़, गर्ल तो गर्ल्स, इस तरह आदत पैनी यूनिट्स भी सर एक तरह लिखना। ये नहीं लिखना 100 kgs, ये गलत लिखा। आप लिखना 100 kg। तो के जी डिफाइन करता यूनिट 100 ਉਹਦੇ ਨਾਲ वैल्यू आ चुकी आ। ये नहीं कहना 100 किलोग्राम्स हो गए ने। सिमिलरली वी आर नॉट टू राइट 23 न्यूटन्स। एक ही भुलेखा लगेगा, न्यूटन सैकंड का भुलेखा लग सकता सानू। सो वी आर नॉट टू यूज एडेड एस हेयर, सिंपली राइट 23 न्यूटन। यूनिट्स में बी रिटन आउट इन फुल और यूजिंग ए स्पेसिफाइड सिंबल ओनली बट नो एब्रीविएशन शुड बी यूज्ड। यूनिट का नाम लिखना ज़्यादा पूरा लिखो, एम्पीयर का पूरा और दा सिंबल यूज़ करो। अपने वालों कोई शॉर्ट फॉर्म आप यूज़ नहीं करनी, भी पता होगा सानू। लाइक द सिंबल फॉर एम्पीयर इज़ ए एंड नॉट ए एम पी। जेडे जेडे सिंबल आप मैंशन किए ने वो यूज़ करने ने, जां कंप्लीट नेम आप यूज़ करना है। नो फुल स्टॉप और अदर पंक्चुएशन मार्क्स बी यूज्ड विदन और एट द एंड्स ऑफ सिंबल्स। अगर आप लिखना 3 मीटर तो 3m आप लिखना है एंड नॉट 3m कोमा। तो कोई डॉट कोई कोमा इस तरह का सिंबल भी आप यूज़ नहीं करना है। वाइल एक्सप्रैसिंग द मैग्नीट्यूड ऑफ फिजिकल क्वांटिटी ए स्पेस इज लेफ्ट बिटवीन द न्यूमेरिकल एंड द सिंबल फॉर द यूनिट। तो थोड़ा जिहा ख्याल रखना। आप वैसे यूज़ करीदा तो आप इस रूल में भुल जाइदा वैसे, बट कहा जाता भी 70 तो kg लिखना तो थोड़ी स्पेस दे दो विच, ना कि 70 kg इकट्ठा लिख दो। एंड अदर इस तरह का ही रूल है, स्पेस इज़ आल्सो लैफ्ट बिटवीन द सिंबल्स फॉर ए कंपाउंड यूनिट। कंपाउंड यूनिट की आ जेडे होर बेसिक यूनिट्स तो मिलते बनया है। तो अगर मैं लिखना न्यूटन मीटर तो कहते हल्की जी स्पेस विच दे दो। इस तरह लिखना कहते वास्ते न्यूटन इंटू मीटर वास्ते, ना कि एन एम इकट्ठा लिख देना है। सो इन्ना स्ट्रिक्टली वह फॉलो बुक्स वाले नहीं करते है। नैक्सट रूल आप देखिए 9th, वाइल राइटिंग द प्रफिक्सेस विद द यूनिट्स नो स्पेस इज लैफ्ट बिटवीन द सिंबल फॉर द प्रफिक्स एंड द सिंबल ऑफ यूनिट। सो अगर हुण आप स्पेस लैफ्ट नहीं करनी कितों, अगर आप सिंबल के नाल प्रफिक्स लगाना। सो एम कट्ठे लिखने, इट मीनस मिलीमीटर, ना कि स्पेस दे देनी इन्होंने। इतने हम गलत हो जाएगी स्पेस साढ़े कोल। सिमिलरली आप आवांगे किलोग्राम तो लिखांगे के जी इकट्ठा लिखांगे, ना कि के तो जी वखरा वखरा। हुण आप कुछ होर इंपॉर्टेंट यूनिट्स डिस्कस कर लीए। जो आप स्पेस स्टडी करते हैं उदों मीटर किलोमीटर बहुत छोटे सानू डिस्टेंस लगते हैं। तो उत्थे कुछ असीं प्रैक्टिकल यूनिट्स जिहड़े बनाए ने वो किस तरह के एस्ट्रोनॉमिकल यूनिट डिफाइन AU। इट इज़ डिफाइंड एज द मीन डिस्टेंस ऑफ अर्थ फ्रॉम सन। जो अर्थ जी सन के आसे पासे घूमती, सानू पता जोड़ा पाथ आ वो सर्कुलर नहीं आ, वो एलिप्टिकल आ। कभी अर्थ लागे आती कभी दूर जाती है। सो ओवरऑल डिस्टेंस का मीन डिस्टेंस लभ लीए तो वो डिस्टेंस नूं ही कहने 1 AU
ਐਸਟ੍ਰੋਨੋਮੀਕਲ ਯੂਨਿਟ। ਇਹਦੀ ਵੈਲਿਊ ਕਿੰਨੀ ਹੈ 1.496 10^11 मीटर। तो अप्रॉक्सीमेटली ਅਸੀਂ जो यूज़ ਕਰਦੇ ਹਾਂ ਉਹ ਕੀ 1.5 10^11 मीटर ਆਪਾਂ यूज़ कर रहे हैं। सिमिलरली आ यूनिट है लाइट ईयर। ਇਹਦਾ ਬੱਚੇ ਨੂੰ ਬੜਾ ਭੁਲੇਖਾ ਲੱਗਦਾ ईयर तो ख्याल रखना ये टाइम का यूनिट नहीं है, यूनिट काहदा ये डिस्टेंस का यूनिट हैगा। सो लाइट ईयर की डिस्टेंस है, इट इज़ द डिस्टेंस की हैगा डिस्टेंस ट्रैवल्ड बाय लाइट इन 1 ईयर। सो लाइट देख लो सूरज तो साढ़े तक 8 मिनट तो कोई सैकेंड च आती है, तो 1 साल लाइट चलती रहे तो कितनी दूर जाएगी। सो इन्ना लंबा डिस्टेंस हैगा। तो इनू लभना है तो किस तरह करांगे आप, वी नो डिस्टेंस की होंदा वेलोसिटी इनटू टाइम। सानू पता वेलोसिटी ऑफ लाइट कितनी आ 3 × 10⁸ मीटर पर सैकेंड लभ लिया आप। साल च एवरेज दिन कितने होंगे ने 360.525 है ना, 3 साल 365 होंगे ने, एक लीप ईयर आंदा 366 है ना, सब नू करके एवरेज लभीए तो 365.25 साढ़े को आ गया दिन। दिन के की बना ली आर्स, एक दिन च कितने घंटे होंगे 24। फिर आर्स की बना दी मिनट तो 60 नाल मल्टीप्लाई कर दो, मिनटा के की बनाने फिर सेकेंड 60 होर मल्टीप्लाई कर दियो। सो आ सारा कुछ मल्टीप्लाई करांगे, इट वुड कम आउट बी 9.46 10^15 मीटर। सो 9.5 एवरेज आप ले लें अपना 10^15 मीटर। इन्ना बड़ा डिस्टेंस जोड़ा दैट इज कॉल्ड 1 लाइट ईयर। अनदर यूनिट है पारसैक, पैरालैक्टिक सैकेंड। इट इज़ डिफाइंड एज द डिस्टेंस ऑफ द स्टार हुज पैरालैक्स इज 1 सैकेंड। की मीनिंग एक लिखा है दैट इज the distance at which an arc of length 1 astronomical unit subtends an angle of 1 second। सो पहले नूं समझ ली गल की आप कह रहे हैं, जिस तरह आप हुणे देखा सी भी सर्कल विच आर्क बनी होंदी थी, आर्क सेंटर ते की करदी है एंगल बनाती है। सो असी एक आर्क लै लीए, सपोज कर लीए सर्कल की आर्क हैगी, कितनी आर्क 1 एस्ट्रोनॉमिकल यूनिट। कितना डिस्टेंस सी भला मीन डिस्टेंस बिटवीन सन एंड अर्थ है ना, बड़ा बड़ा यूनिट सी। वो आर्क लगा लीए, वो आर्क किसी दूर जाके किते सेंटर ते कितना एंगल स्प्रैंड करे 1 सैकेंड। असी हुणे डिस्कस कीता सी सर्कल के पूरे हिस्से के किन्ने हिस्से होंदे 360 डिग्री, डिग्री के फिर 60 हिस्से करिए तो की आंदा सी 1 मिनट, उस मिनट के फिर 60 हिस्से करिए तो की आंदा 1 सैकेंड। इन्ना छोटा एंगल आ, कौन कर रही है स्प्रैंड 1 एस्ट्रोनॉमिकल यूनिट। इट मीनस डिस्टेंस बहुत ज़्यादा वड्डा हैगा ना। सो आर डिस्टेंस आ दैट डिस्टेंस इज कॉल्ड 1 पारसैक। किदों वैन एन आर्क ऑफ दिस मच लेंथ सबटेंड्स एंगल ऑफ 1 सैकेंड। सो अगर इनू सारा काउंट किया जाए इट कम्स आउट टू बी 3.084 10^16 मीटर, जिन्होंने असीं कॉमनली की लिखते हैं 3.1 10^16 मीटर। सो अज आप लैक्चर डिस्कस किया है सी एक स्टैंडर्ड यूनिट है वा उहदे की करैक्टरिस्टिक्स साडे कोल हैगे ने, उस तो बाद एसआई यूनिट्स की की एडवांटेजेस ने। तो एसआई यूनिट्स जिहड़ियां आपां 7 फंडामेंटल यूनिट्स ने, 2 बेसिक यूनिट्स ने, सब दी डेफिनेशन डिस्कस कीतियां। उस तो बाद डिस्कस किया भी की रूल्स की कन्वेंशनस ने टू राइट डाउन द सिंबल्स। तो फिर आ कुछ इंपॉर्टेंट यूनिट्स आप डिस्कस किए हैं। नैक्सट लैक्चर आप डायमेंशनस तो यूसेस डिस्कस करांगे। थैंक यू।